ਕੈਂਸਲ ਕਰਾਏ। ਉਹ ਪਹਿਲੀ ਵਾਰ ਗੁਰਪ੍ਰੀਤ ਸਿੰਘ ਖੁੱਡਾ ਅੱਜ ਮੀਡੀਆ ਦੇ ਸਾਹਮਣੇ ਆਏ ਨੇ, ਜਿਨ੍ਹਾਂ ਨੇ ਉਹਨਾਂ ਦੇ ਘਰ ਗੋਹਾ ਸੁੱਟਿਆ ਸੀ। ਇਹ ਜਵਾਨ ਨੇ, ਇਹ ਸਿੰਘ ਨੇ ਜਿਨ੍ਹਾਂ ਨੇ ਉਹਨਾਂ ਦੇ ਘਰ ਗੋਹਾ ਸੁੱਟਿਆ ਸੀ। ਤਾਂ ਅੱਜ ਕੱਲ ਕਹਿੰਦੇ ਕਿ ਇਹਨਾਂ ਨੂੰ ਇਹ ਵੀ ਕਿਹਾ ਜਾਂਦਾ ਕਿ ਗੋਹੇ ਵਾਲੇ ਆ ਗਏ, ਗੋਹੇ ਵਾਲੇ ਆ ਗਏ। ਤਾਂ ਖੁੱਡਾ ਸਾਹਿਬ ਸੱਚ ਕਿਹਾ ਕਿ ਸਾਨੂੰ ਹੁਣ ਇਹੀ ਕਹਿੰਦੇ ਆ ਵੀ ਗੋਹੇ ਵਾਲੇ ਆ ਗਏ ਆ। ਦੇਖੋ ਅਸੀਂ ਇਹ ਕਰਨਾ ਤਾਂ ਨਹੀਂ ਚਾਹੁੰਦਾ ਸੀ, ਪਰ ਤੀਕਸ਼ਣ ਸੂਦ ਦੀ ਜਿਹੜੀ ਭੱਦੀ ਸ਼ਬਦਾਵਲੀ ਆ ਨਾ, ਉਹਨੇ ਸਾਤੋਂ ਇਹ ਕੰਮ ਕਰਵਾਇਆ। ਤੇ ਦੇਖੋ ਸਾਡੇ ਇੱਥੇ ਬਜ਼ੁਰਗ 80-80 ਸਾਲ ਦੇ ਬੈਠੇ ਨੇ, ਕਿਹੜੇ ਹਾਲਾਤਾਂ ਵਿੱਚ ਬੈਠੇ ਨੇ। ਇੱਥੋਂ ਰੋਜ਼ਾਨਾ 1 ਜਾਂ 2 ਮ੍ਰਿਤਕ ਦੇਹਾਂ ਪਿੰਡਾਂ ਜਾਂਦੀਆਂ ਸ਼ੋਕ ਦੀ ਲਹਿਰ ਆ ਨਾ। ਆਪਣੇ ਹੱਕਾਂ ਲਈ ਕਿੰਨਾ ਚਿਰ ਹੋ ਗਿਆ ਸੰਘਰਸ਼ ਕਰਦਿਆਂ ਨੂੰ, ਲੜਦਿਆਂ ਨੂੰ। ਇੱਥੇ ਤੁਸੀਂ ਦੇਖੋ ਬਾਰਿਸ਼ ਹੋਈ ਆ, ਕਿੰਨਾ ਮਾਹੌਲ ਖਰਾਬ ਰਿਹਾ ਨਾ। ਤੇ ਇਹ ਬੰਦਾ ਉੱਥੇ ਕਹਿ ਰਿਹਾ ਵੀ ਬਹੁਤੇ ਕਿਸਾਨ ਜਿਹੜੇ ਉੱਥੇ ਪਿਕਨਿਕ ਮਨਾ ਰਹੇ ਆ। ਫਿਰ ਅਸੀਂ 3-4 ਦਿਨ ਇਹ ਦੇਖਦੇ ਰਹੇ ਵੀ ਸ਼ਾਇਦ ਇਹ ਮਾਫੀ ਮੰਗੇਗਾ, ਆਪਣਾ ਬਿਆਨ ਵਾਪਸ ਲਏਗਾ। ਕਈ ਵਾਰੀ ਗਲਤੀ ਇਨਸਾਨ ਤੋਂ ਹੋ ਜਾਂਦੀ ਆ, ਇਨਸਾਨ ਗਲਤੀ ਦਾ ਪੁਤਲਾ ਕੋਈ ਵੀ ਕਰ ਸਕਦਾ। ਪਰ ਇਸ ਬੰਦੇ ਨੇ ਕੋਈ ਰਿਸਪੌਂਸ ਨਹੀਂ ਦਿੱਤਾ, ਕੋਈ ਮਾਫੀ ਨਹੀਂ ਮੰਗੀ, ਕੋਈ ਇਹਨੇ ਇੰਟਰਵਿਊ ਨਹੀਂ ਦਿੱਤੀ। ਫਿਰ ਸਾਡੇ ਮਨ ਦੇ ਵਿੱਚ ਰੋਸ ਸੀ। ਅਸੀਂ ਇਹ ਜਿਹੜਾ ਨਵੇਂ ਸਾਲ ਵਾਲੇ ਦਿਨ ਇਹਨੂੰ ਜਿਹੜਾ ਪਿਕਨਿਕ ਜਿਹੜਾ ਪੁਆਇੰਟ ਉੱਥੇ ਅਸੀਂ ਬਣਾ ਕੇ ਆਏ ਆ ਵੀ ਆਹ ਸਾਡੀ ਪਿਕਨਿਕ ਆ, ਜਿਹੜੀ ਰੋਜ਼ਮਰਰਾ ਦੀ ਜ਼ਿੰਦਗੀ ਹੈ ਕਿਸਾਨਾਂ ਦੀ। ਸਾਡੀ ਸਵੇਰੇ ਉੱਠਦੇ ਆ ਡੰਗਰਾਂ ਦੇ ਗੋਹੇ ਪਿਸ਼ਾਬ ਨੂੰ ਹਟਾ ਕੇ ਫਿਰ ਅਸੀਂ ਦੁੱਧ ਪੀਂਦੇ ਆ। ਫਿਰ ਸਾਡੇ ਦਿਨ ਦੀ ਜਿਹੜੀ ਸ਼ੁਰੂਆਤ ਹੁੰਦੀ ਆ ਵੀ ਸਾਡੇ ਨੌਜਵਾਨ ਜਿੱਦਾਂ ਉੱਥੇ ਬੋਲਿਆ ਵੀ ਤੁਹਾਡੇ ਘਰਾਂ ਦੇ ਵਿੱਚ ਜਿਹੜਾ ਤੁਸੀਂ ਦੁੱਧ ਪੀਂਦੇ ਹੋ, ਬੱਚੇ ਤੁਹਾਡੇ ਪਲਦੇ ਆ, ਉਹ ਜਿਹੜਾ ਆ ਇਹ ਕਿਸਾਨਾਂ ਦੇ ਜਿਹੜਾ ਘਰਾਂ ਚੋਂ ਜਾਂਦਾ ਆ ਸਾਰਾ ਕੁਝ। ਫਿਰ ਤੁਸੀਂ ਜਿਹੜੇ ਪਲਦੇ ਹੋ, ਤੁਹਾਡਾ ਪਰਿਵਾਰ ਪਲਦਾ। ਤੇ ਇਹ ਸ਼ਬਦਾਵਲੀ ਜਿਹੜੀ ਆ ਅਸੀਂ ਉੱਥੇ ਚੇਤਾਵਨੀ ਵੀ ਦਿੱਤੀ ਆ ਵੀ ਜੇ ਸ਼ਬਦਾਵਲੀ ਆਪਣੀ ਵਾਪਸ ਅੱਗੇ ਤੋਂ ਮਤਲਬ ਜੇ ਅੱਗੇ ਤੋਂ ਗੁਰੇਜ਼ ਨਹੀਂ ਕਰੋਗੇ ਭੱਦੀ ਸ਼ਬਦਾਵਲੀ ਬੋਲਣ ਤੋਂ, ਤਾਂ ਇਸ ਤੋਂ ਵੀ ਮਾੜਾ ਹਸ਼ਰ ਜਿਹੜਾ ਚਾਹੇ ਕੋਈ ਬੀਜੇਪੀ ਹੋਰ ਆਗੂ ਜਿਹੜਾ ਸਾਡੇ ਕਿਸਾਨਾਂ ਦੇ ਖਿਲਾਫ ਬੋਲੇਗਾ, ਕਿਉਂਕਿ ਇਹ ਸਾਡੇ ਲਈ ਬਹੁਤ ਸ਼ਖਸੀਅਤ ਜਿਹੜੀ ਸਭ ਤੋਂ ਮਹਾਨ ਸ਼ਖਸੀਅਤ ਆ। ਜਿਸ ਕਰਕੇ ਗੋਹਾ ਹੀ ਕਿਉਂ, ਹੋਰ ਵੀ ਤਰੀਕੇ ਨਾਲ ਤੁਸੀਂ ਪ੍ਰੋਟੈਸਟ ਕਰ ਸਕਦੇ ਸੀ, ਗੋਹਾ ਹੀ ਕਿਉਂ ਸੁੱਟਿਆ? ਜਿੰਨੇ ਨੀਵੇਂ ਦਰਜੇ ਦੀ ਸ਼ਬਦਾਵਲੀ ਸੀ, ਸਾਨੂੰ ਲੱਗਾ ਵੀ ਇਹਦੇ ਲਈ ਇਹ ਸੂਟੇਬਲ ਆ। ਹੋਰ ਇਸ ਤੋਂ ਨੀਵਾਂ ਜਿਹੜਾ ਕੋਈ ਕੰਮ ਅਸੀਂ ਨਹੀਂ ਕਰ ਸਕਦੇ, ਉਹ ਵੀ ਅਸੀਂ ਕਰਨਾ ਨਹੀਂ ਚਾਹੁੰਦੇ। ਪਰ ਇਹਨੇ ਸਾਨੂੰ ਮਜਬੂਰ ਕੀਤਾ, ਬਿਆਨਬਾਜ਼ੀ ਕਰਕੇ ਫਿਰ ਵਾਪਸ ਵੀ ਨਹੀਂ ਲਈ। ਫਿਰ ਅਸੀਂ ਦੇਖਦੇ ਰਹੇ, ਤਾਂ ਕਰਕੇ ਫਿਰ ਗੋਹਾ ਇਹਦੇ ਲਈ ਜਿਹੜਾ ਸਹੀ ਸੀ। ਤੇ ਹਾਂਜੀ ਕੋਈ ਨਹੀਂ, ਬੋਲੋ ਤੁਸੀਂ। ਉਹ ਕਹਿੰਦੇ ਕਿ ਤੁਸੀਂ ਤਾਂ ਟਰਾਲੀ ਉਹਨਾਂ ਦੇ ਉੱਤੇ ਚੜਾਉਣ ਲੱਗੇ ਸੀਗੇ, ਉਹ ਘਰੇ ਸੀਗੇ ਉਦੋਂ? ਨਹੀਂ ਘਰੇ ਸੀਗੇ ਜੀ, ਕੋਈ ਸ਼ੱਕ ਨਹੀਂ। ਉਹਨਾਂ ਨੇ ਖੜ ਕੇ ਸਾਰਾ ਦੇਖਿਆ, ਕੋਈ ਉਹ ਇਦਾਂ ਦੀ ਗੱਲ ਨਹੀਂ। ਪਰ ਟਰਾਲੀ ਜਿਹੜੀ ਚੜਾਉਣ ਵਾਲੀ ਗੱਲ ਆ, ਮੈਨੂੰ ਲੱਗਦਾ ਉਹ ਕੈਪਟਨ ਸਾਹਿਬ ਤੋਂ ਥੋੜੇ ਜਿਹੇ ਉਹਨਾਂ ਦੇ ਨਾਲ ਫਿਸਲ ਗਏ ਬਿਆਨ ਜਿਹੜੇ ਆ। ਇਦਾਂ ਨਹੀਂ ਹੈ, ਅਸੀਂ ਵੀਡੀਓ ਇਸ ਕਰਕੇ ਬਣਾਈ ਸੀ, ਸਾਨੂੰ ਪਤਾ ਸੀ ਇਹਨਾਂ ਨੇ ਇਲਜ਼ਾਮ ਜਿਹੜੇ ਆ ਲਾਣੇ ਨੇ, ਕਿਉਂਕਿ ਅਸੀਂ ਪਹਿਲਾਂ ਵੀ ਦੇਖਦੇ ਆਏ ਆ, ਇਦਾਂ ਹੀ ਹੁੰਦੀ ਆਈ ਹੈ ਨਾ। ਹੁਣ ਤਾਂ ਸਾਨੂੰ ਇਹ ਮਤਲਬ ਲੱਗਦਾ ਵੀ ਇਹ ਗੋਹੇ ਦੀ ਟਰਾਲੀ ਉਹਦੇ ਘਰ ਦੇ ਗੇਟ ਦੇ ਵਿੱਚ ਲਾਉਣ ਤੋਂ ਬਾਅਦ ਇਹ ਪਤਾ ਲੱਗਾ ਵੀ ਜਿਹੜਾ ਗੋਹਾ ਉਹ ਵੀ ਐਡਾ ਵੱਡਾ ਹੈ ਕਿ ਬੰਬ ਆ, ਉਹਦੇ ਉੱਤੇ ਵੀ 307 ਜਿਹੜੀ ਲੱਗ ਸਕਦੀ, ਇਰਾਦਾ ਕਤਲ ਨਾਲ ਜਿਹੜਾ ਉਹ ਲੱਗ ਸਕਦਾ। ਅੱਛਾ 307 ਕਿਹਨਾਂ ਦੇ ਉੱਪਰ ਕੀਤੀ? ਸਾਰੇ ਜਵਾਨ ਇੱਥੇ ਆਏ ਨੇ? ਸਾਰੇ ਜਵਾਨਾਂ ਲੱਗੀ, ਪਰਮਜੀਤ ਸਿੰਘ ਮੰਡ ਤੇ ਮੇਰੇ ਤੇ ਗੁਰਨਾਮ ਸਿੰਘ ਤੇ ਸੁਖਿੰਦਰ ਸਿੰਘ, ਸਾਰੇ ਮਤਲਬ ਜਿੰਨੇ ਅਸੀਂ ਹੈਗੇ ਅਣਪਛਾਤਿਆਂ 'ਚ ਪਾਏ ਹੋਏ ਆ। ਹੋਰ ਦੇਖੋ ਤਲਾਸ਼ਦੀ ਇਹਨਾਂ ਦੀ। ਸਾਡੇ ਭਾਈ ਸਾਹਿਬ ਜਿਹੜੇ ਸੀਨੀਅਰ ਨੇ, ਭਾਈ ਰਣਵੀਰ ਸਿੰਘ ਜੀ, ਉਹ ਉੱਥੇ ਗਏ ਵੀ ਨਹੀਂ। ਉਹ ਗਏ ਵੀ ਨਹੀਂ, ਉਹਨਾਂ ਦੇ ਉੱਤੇ ਪਰਚਾ ਕੱਢਤਾ, ਪਰਚਾ ਜਿਹੜਾ ਉਹਨਾਂ ਦੇ ਦਰਜ ਕਰ ਦਿੱਤਾ। ਹਾਂਜੀ ਇਦਾਂ ਦੇ ਮਤਲਬ ਜਿਹੜੇ ਉੱਥੇ ਹੋਇਆ ਸਾਰਾ ਕੁਝ। ਅੱਛਾ ਉਸ ਤੋਂ ਬਾਅਦ ਮੁੜ ਕੇ ਕੋਈ ਗੱਲਬਾਤ ਨਹੀਂ ਹੋਈ? ਉਹਨਾਂ ਨੇ ਕਿਹਾ, ਕਿਉਂਕਿ ਵੀਡੀਓ 'ਚ ਦੇਖਦੇ ਕਾਫੀ ਤਲਖੀ ਵੀ ਹੋਈ, ਉਹ ਕਹਿੰਦੇ ਕਾਫੀ ਕੁਝ ਉਸ ਵੀਡੀਓ 'ਚ ਵੀ ਦੇਖਣ ਨੂੰ ਮਿਲਿਆ, ਜਾਂ ਕੋਈ ਪਰਿਵਾਰ ਨੂੰ ਥ੍ਰੈਟ ਜਾਂ ਕੋਈ ਉਹਨਾਂ ਦੇ ਵੱਲੋਂ ਕੋਈ ਹੋਰ ਤਾਂ ਨਹੀਂ ਕੋਈ ਗੱਲ ਹੋਈ? ਦੇਖੋ ਸਾਡਾ ਇਹ ਕਲੀਅਰ ਸੀ, ਅਸੀਂ ਪਹਿਲੇ ਹੀ ਇਹ ਸਾਰਾ ਦੱਸਿਆ ਸੀ ਨੌਜਵਾਨਾਂ ਨੂੰ ਆਪਣੇ ਜਿੰਨੇ ਅਸੀਂ, ਕਿਉਂ ਅਸੀਂ ਸੀ 3-4 ਜਣੇ ਸਾਰੇ, ਤੇ ਅਸੀਂ ਇਹ ਪੱਕਾ ਰੱਖਿਆ ਸੀ ਵੀ ਅਸੀਂ ਕੋਈ ਮਾੜੀ ਸ਼ਬਦਾਵਲੀ ਨਹੀਂ ਯੂਜ਼ ਕਰਨੀ। ਨਹੀਂ ਤਾਂ ਤੀਕਸ਼ਣ ਸੂਦ ਜੀ ਜਿਸ ਹੱਦ ਦਰਜੇ ਤੱਕ ਗਿਰੇ ਨੇ, ਇਹਨਾਂ ਦੀ ਜ਼ੁਬਾਨ ਜਿਹੜੀ ਆ ਤੁਸੀਂ ਸੁਣਿਆ ਹੋਵੇਗਾ ਸਭ ਨੇ। ਜੇ ਮਾੜਾ ਬੋਲਣਾ ਹੋਵੇ ਜਾਂ ਉੱਚੀ ਬੋਲਣਾ ਸੱਚਾ ਹੋਵੇ, ਇਹ ਸਾਡੇ ਤੋਂ ਵੱਧ ਉੱਚੀ ਨਹੀਂ ਬੋਲ ਸਕਦੇ। ਪਰ ਅਸੀਂ ਇਹਨਾਂ ਦੀ ਬੇਟੀ ਨੇ ਵੀ ਉਹ ਸੁਣੇ ਹੋਣਗੇ ਸ਼ਬਦ, ਇਹਨਾਂ ਦੀ ਮਿਸੇਜ ਨੇ ਵੀ ਸੁਣੇ ਹੋਣਗੇ, ਜੇ ਮਾਤਾ ਹੋਏਗੀ ਉਹਨੇ ਵੀ ਸੁਣੇ ਹੋਣਗੇ। ਅਸੀਂ ਉਹ ਸ਼ਬਦ ਜਿਹੜੇ ਯੂਜ਼ ਨਹੀਂ ਕਰ ਸਕਦੇ ਜਿਹੜੇ ਇਹਨਾਂ ਨੇ ਕੀਤੇ। ਖੁੱਡਾ ਸਾਹਿਬ ਪਲੈਨਿੰਗ ਕੀਤੀ ਸੀ ਕਿ ਕੋਈ ਗਾਲ ਜਾਂ ਕੋਈ ਭੱਦੀ ਸ਼ਬਦਾਵਲੀ ਉਹਨਾਂ ਦੇ ਘਰ ਦੇ ਮੋਹਰੇ ਨਹੀਂ ਜਾ ਕੇ ਵਰਤਣੀ? ਨਹੀਂ ਬਿਲਕੁਲ ਸਾਡੀ ਪਲੈਨਿੰਗ ਸੀ, ਅਸੀਂ ਕੋਈ ਸ਼ਬਦਾਵਲੀ ਨਹੀਂ ਵਰਤਣੀ, ਅਸੀਂ ਆਪਣਾ ਪ੍ਰੋਟੈਸਟ ਕਰਨਾ ਤੇ ਕਰਕੇ ਅਸੀਂ ਵਾਪਸ ਆ ਜਾਣਾ। ਫਿਰ ਇਹਨਾਂ ਨੇ ਉੱਥੇ ਜਿਹੜਾ ਅਸੀਂ ਜ਼ਰੂਰ ਨਾਅਰੇਬਾਜ਼ੀ ਜ਼ਰੂਰ ਕੀਤੀ ਆ। ਇਹ ਵੀ ਨਾਅਰੇ ਲਗਾਉਂਦੇ ਸੀ ਅੱਗਿਓਂ ਵੀ ਸ਼੍ਰੀ ਤੀਕਸ਼ਣ ਸੂਦ ਜੀ ਕਹਿੰਦੇ ਸੀ ਅਸੀਂ ਉਹਦੇ ਮੁਰਦਾਬਾਦ ਕਹਿ ਦਿੰਦੇ ਸੀ। ਇਹ ਸ਼੍ਰੀ ਨਰਿੰਦਰ ਮੋਦੀ ਕਹਿੰਦੇ ਸੀ ਅਸੀਂ ਇਹਨੂੰ ਜਿੰਦਾਬਾਦ ਕਹਿਣ ਦਾ ਮੌਕਾ ਨਹੀਂ ਦਿੰਦੇ ਸੀ, ਅਸੀਂ ਮੁਰਦਾਬਾਦ ਕਹਿ ਦਿੰਦੇ ਸੀ। ਇਹ ਗੱਲਾਂ ਹੋਈਆਂ ਨੇ, ਹੋਰ ਕੋਈ ਸਾਡਾ ਨਾ ਕੋਈ ਭੰਨ ਤੋੜ ਹੋਈ ਹੈ। ਇਹ ਅਸੀਂ ਪਹਿਲਾਂ ਮਨ ਬਣਾਇਆ ਸੀ ਵੀ ਅਸੀਂ ਇਹ ਕੰਮ ਕਰਨਾ ਹੀ ਨਹੀਂਗਾ। ਸਾਡਾ ਮੇਨ ਮਕਸਦ ਜਿਹੜਾ ਸੀਗਾ ਉਹ ਇਹਨੂੰ ਸਮਝਾਉਣਾ ਸੀ ਵੀ ਜਿਸ ਕਿਸਾਨ ਦੇ ਲਈ ਤੂੰ ਸ਼ਬਦਾਵਲੀ ਵਰਤਦੇ ਆ, ਦੇਖੋ ਸਾਡੇ ਕਿਸਾਨ 24 ਘੰਟੇ ਡਿਊਟੀ ਹੈ ਜੀ, ਮੈਂ ਵੀ ਕਿਸਾਨ ਆ। 24 ਘੰਟੇ ਡਿਊਟੀ, ਕੋਈ ਛੁੱਟੀ ਨਹੀਂ, ਕੋਈ ਪਤਾ ਨਹੀਂ, ਕੋਈ ਕੁਛ ਨਹੀਂ, ਠੀਕ ਹੈ ਜੀ। ਕੋਈ ਐਤਵਾਰ ਦੀ ਛੁੱਟੀ ਨਹੀਂ ਹੈ। 24 ਘੰਟੇ ਬਾਅਦ ਕੇ ਜਿਹੜਾ ਉਹ ਹੈ, ਕੋਈ ਉਹਨਾਂ ਨੂੰ ਜਿਹੜਾ ਇਨਸੈਂਟਿਵ ਨਹੀਂ ਮਿਲਦਾ। ਤੁਸੀਂ ਦੇਖੋ ਸਰਕਾਰ ਨੇ ਹੁਣ ਪਿੱਛੇ ਜਿਹੇ ਆਪਣੇ ਇੰਡਸਟਰੀ ਵਾਸਤੇ ਕਿੰਨਾ ਕੁਝ ਮਾਫ ਕੀਤਾ ਨਾ, ਕਿਸਾਨਾਂ ਲਈ ਕੁਛ ਨਹੀਂ ਆ। ਉਹ ਤਾਂ ਰੋਜ਼ਮਰਰਾ ਦੀ ਜ਼ਿੰਦਗੀ ਕਿਸ ਤਰੀਕੇ ਨਾਲ ਜੀਂਦੇ। ਅਸੀਂ ਖੁਦ ਕਿਸਾਨ ਆ, ਡੰਗਰ ਰੱਖੇ ਹੋਏ ਨੇ, ਸਾਰਾ ਕੁਝ ਸਾਨੂੰ ਪਤਾ ਆ।
ਤੇ ਅਸੀਂ ਇਸ ਕਰਕੇ ਆਪਣਾ ਇਹ ਵੱਲੋਂ ਕੋਈ ਸ਼ਬਦਾਵਲੀ ਨਹੀਂ ਵਰਤੀ ਹੈ। ਇਹ ਸਭ ਇਹਨਾਂ ਦੇ ਝੂਠੇ ਇਲਜ਼ਾਮ ਲਾਏ ਆ, ਬਾਅਦ ਵਿੱਚ ਇਹਨਾਂ ਨੂੰ ਨਿਰਾਸ਼ਤਾ ਦਾ ਜਿਹੜਾ ਆ ਸਾਹਮਣਾ ਵੀ ਕਰਨਾ ਪਿਆ। ਅੱਛਾ, ਉੱਥੇ ਵੀਡੀਓ ਦੇ ਵਿੱਚ ਕੋਈ ਹੱਥੋਂ ਪਾਈ ਤਾਂ ਨਹੀਂ, ਕੋਈ ਅਸੀਂ ਚਲੋ ਦੇਖੀ ਤਾਂ ਨਹੀਂ, ਪਰ ਉਦਾਂ ਵੀਡੀਓ ਤੋਂ ਬਾਹਰ ਜਾ ਕੇ ਕੋਈ ਹੱਥੋਂ ਪਾਈ ਵਾਲੀ ਤਾਂ ਗੱਲ ਤੇ ਨਹੀਂ ਸੀ ਕੋਈ ਹੋਈ? ਹੱਥੋਂ ਪਾਈ ਵੀ ਜਿਹੜਾ ਇਹ ਹੋਏ ਨੇ ਉਹਦੇ ਵਿੱਚ ਵੀ ਸਾਨੂੰ ਥੋੜਾ ਜਿਹਾ ਮਤਲਬ ਕਹਿਣਾ ਨਹੀਂ ਚਾਹੁੰਦੇ। ਇਹਨਾਂ ਹੱਥੋਂ ਪਾਈ ਹੋਣ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਆ, ਪਰ ਸਾਡਾ ਸਿੰਘ ਨੇ ਜਿਹੜੇ ਮਾੜਾ ਜਿਹਾ ਵੀ ਝਟਕਾ ਮਾਰ ਕੇ ਬਾਂਹ ਛੜਾਈ, ਇਹਨਾਂ ਦੀ ਹਿੰਮਤ ਨਹੀਂ ਪਈ ਵੀ ਦੁਬਾਰਾ ਹੱਥ ਪਾਈਏ। ਇਹਨਾਂ ਨੇ ਵੀ ਸਾਡੇ ਇੱਕ ਨੌਜਵਾਨ ਨੂੰ ਉੱਪਰੋਂ ਫੜਨ ਦੀ ਕੋਸ਼ਿਸ਼ ਵੀ ਕੀਤੀ ਆ, ਉਹ ਛੱਡ ਦਿੱਤਾ। ਫਿਰ ਅਸੀਂ ਇੱਕ ਦਬਕੇ ਨਾਲ ਹੀ ਫਿਰ ਛੱਡ ਦਿੱਤਾ ਇਹਨਾਂ ਨੇ। ਅੱਛਾ, ਬਾਈ ਹੁਣਾਂ ਤੇ ਵੀ ਸਾਰਿਆਂ ਤੇ 307 ਦੀ ਧਾਰਾ ਲਾ ਦਿੱਤੀ ਸੀਗੀ, ਕਿੱਡਾ ਕੁ ਵੱਡਾ ਗੁਨਾਹ ਤੁਸੀਂ ਕਰਤਾ, 307 ਤੁਹਾਡੇ ਉੱਤੇ ਲਾਤੀ ਸੀ? ਦੇਖੋ, ਜਿਹੜਾ ਗੁਨਾਹ ਕੀਤਾ ਹੈ ਤੇ ਸੂਦ ਸਾਹਿਬ ਜ਼ਿਆਦਾ ਵਧੀਆ ਦੱਸ ਸਕਦੇ ਆ, ਜੱਜ ਨੇ FIR ਲਿਖਾਈ ਉਹ ਦੱਸ ਸਕਦੇ ਆ। ਉਹਨਾਂ ਦਾ ਨੰਬਰ ਵੀ FIR ਦੇ ਵਿੱਚ ਹੈਗਾ, ਤੁਸੀਂ ਉਹਨਾਂ ਨੂੰ ਫੋਨ ਲਾ ਕੇ ਵੇਖੋ ਤੇ ਤੁਹਾਨੂੰ ਉਹ ਜਿਸ ਤਰੀਕੇ ਨਾਲ ਗੱਲ ਕਰਨਗੇ ਲੱਗ ਜਾਏਗਾ ਪਤਾ ਵੀ ਉਹਨਾਂ ਦੀ ਮੈਂਟੈਲਿਟੀ ਕਿੱਥੇ ਤੱਕ ਸਟੈਂਡ ਕਰਦੀ ਹੈ। ਫਿਰ ਜਿਨ੍ਹਾਂ ਨੇ ਉਹ FIR ਕੱਟੀ ਸੀ, ਉਹ ਹੁਣ ਕੈਪਟਨ ਸਾਹਿਬ ਨੇ ਕਿਹਾ ਵੀ ਅਸੀਂ SHO ਜਿਹੜਾ ਉਹਨੂੰ ਬਦਲ ਦਿੰਦੇ ਹਾਂ। ਪਰ ਜਿਹੜੀ ਉਹ ਪਰਚੇ ਨੇ ਜਾਂ ਜਿਹੜੀਆਂ ਧਾਰਾਵਾਂ ਨੇ ਉਹ ਐਜ਼ ਇਟ ਇਜ਼ ਅੱਜ ਵੀ ਪਰਚੇ ਦੇ ਵਿੱਚ ਸਟੈਂਡ ਕਰਦੀਆਂ ਨੇ। ਸਿਰਫ ਵਰਬਲੀ ਇਹ ਕਿਹਾ ਗਿਆ ਹੈ ਕਿ ਇਹਨਾਂ ਤੇ ਹੁਣ ਕਾਰਵਾਈ ਨਹੀਂ ਹੋਵੇਗੀ। ਸੋ ਜਿਹੜੀ ਗੱਲ ਹੈ ਉਹ ਐਜ਼ ਇਟ ਇਜ਼ ਸਟੈਂਡ ਆ। ਪਰ ਸਾਡਾ ਜਿਹੜਾ ਇੱਥੇ ਆ ਵੀ ਕੋਈ ਧਾਰਾ ਲਾਉਣੀ ਜਿਹੜੀ ਆ ਜਾਂ ਧਾਰਾ ਜਿਹੜੀ ਲਾਈਆਂ ਨੇ, ਚਾਹੇ 307 452, ਅਸੀਂ ਵੀ ਇੰਨਾ ਕੁ ਜਿਹੜਾ ਲਾਇਆ ਹੁਣ ਸਾਨੂੰ ਪੜ੍ਹਨਾ ਪੈ ਗਿਆ ਵੀ ਇੱਕ ਜਿੰਨਾ ਕੁ ਮੁਨਸ਼ੀ ਜਾਣਕਾਰੀ ਰੱਖਦਾ ਹੁੰਦਾ ਇੱਕ ਵਕੀਲ ਦੀ, ਉਨੀ ਕੁ ਸਾਨੂੰ ਵੀ ਆ ਗਈ ਆ। ਇਹ ਧਾਰਾਵਾਂ ਜਿੱਥੇ ਲੱਗਦੀਆਂ ਨੇ ਇਹ ਲਾਉਣ ਵਾਲੇ ਨੂੰ ਤੇ ਜਿਹੜਾ ਲਗਵਾ ਰਹੇ ਨੇ ਤੀਕਸ਼ਣ ਸੂਦ ਜੀ, ਕਿਹਾ ਜਾਂਦਾ ਕਿ ਵੀ ਆਪ ਵਕੀਲ ਨੇ। ਸਾਨੂੰ ਤਾਂ ਪਤਾ ਨਹੀਂ ਵੀ ਇਹੋ ਜਿਹੀ ਵਕਾਲਤ ਕਿੱਥੇ ਪੜਾਈ ਜਾਂਦੀ ਆ ਤੇ ਜਿੱਥੇ ਗੋਹਾ ਟਰਾਲੀ ਤੁਸੀਂ ਕਿਤੇ ਗੇਟ ਦੇ ਅੱਗੇ ਸੁੱਟੋ ਤੇ 307 ਤੇ 452 ਲੱਗ ਜਾਂਦੀ। ਪਰ ਉਹਦੇ ਬਾਵਜੂਦ ਵੀ ਜੇ ਇਹਨਾਂ ਨੂੰ ਇਹ ਲੱਗਦਾ ਕਿ ਇਹਨਾਂ ਦੇ ਪਰਚੇ ਹੋ ਗਏ ਜਾਂ ਇਹਨਾਂ ਦੇ ਉੱਤੇ ਧਾਰਾਵਾਂ ਲਾਤੀਆਂ ਤੇ ਇਹ ਠੰਡੇ ਹੋ ਜਾਣਗੇ, ਬਹਿ ਜਾਣਗੇ, ਡਰ ਜਾਣਗੇ, ਇਹ ਇਹਨਾਂ ਦਾ ਭੁਲੇਖਾ ਹੈ। ਜਿਵੇਂ ਭਾਈ ਸਾਹਿਬ ਨੇ ਪਹਿਲਾਂ ਕਹਿ ਰਹੇ, ਆਪਣੀ ਸ਼ਬਦਾਵਲੀ ਠੀਕ ਰੱਖਣੀ ਚਾਹੀਦੀ ਆ। ਕਿਸਾਨੀ ਸੰਘਰਸ਼ ਦੇ ਵਿੱਚ ਚੱਲਦਿਆਂ ਇਹੋ ਜਿਹੀਆਂ 20 ਧਾਰਾਵਾਂ ਵੀ ਹੋਰ ਲਾ ਦੇਣ ਪਰ ਅਸੀਂ ਪਿੱਛੇ ਨਹੀਂ ਹਟਣਾ। ਅੱਛਾ ਬਾਈ ਜੀ, ਪੰਜਾਬ ਦੇ ਹੋਰ ਵੀ ਲੀਡਰ ਹੈਗੇ ਆ, ਹਰਜੀਤ ਗਰੇਵਾਲ ਦਾ ਮੈਂ ਨਾਮ ਲੈਣਾ ਚਾਹੂੰਗਾ, ਉਹ ਵੀ ਬੜੀ ਤਰ੍ਹਾਂ ਦੀ ਬਿਆਨਬਾਜ਼ੀ ਕਰਦੇ ਨੇ। ਹਾਲਾਂਕਿ ਉਹਨਾਂ ਦੇ ਪਿੰਡ ਦੇ ਨੌਜਵਾਨਾਂ ਨੇ ਕਹਿ ਦਿੱਤਾ, ਉਹਨਾਂ ਦਾ ਬਾਈਕਾਟ ਕਰਨ ਦੀ ਵੀ ਗੱਲ ਕਹਿਤੀ, ਜ਼ਮੀਨ ਵੀ ਉਹ ਕਹਿੰਦੇ ਅਸੀਂ ਲਈ ਲਵਾਂਗੇ ਹੁਣ ਠੇਕੇ ਤੇ। ਤਾਂ ਇਹੋ ਜਿਹੇ ਲੀਡਰਾਂ ਲਈ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਇਹਨਾਂ ਲਈ ਤਾਂ ਮੈਂ ਕਹਿੰਦਾ ਕੋਈ ਸ਼ਬਦ ਹੀ ਹੈ ਨਹੀਂ ਦੁਨੀਆ ਦਾ। ਸਭ ਤੋਂ ਨੀਵਾਂ ਸ਼ਬਦ ਦੁਨੀਆ ਦੇ ਵਿੱਚ ਲੱਭਣਾ ਆਵੇ ਤੇ ਅਸੀਂ ਉਹ ਮੂੰਹ ਚੋਂ ਕੱਢਣਾ ਨਹੀਂ ਚਾਹੁੰਦੇ। ਜਿਨ੍ਹਾਂ ਨੂੰ ਪਿੰਡ 'ਚ ਕੋਈ ਨਹੀਂ ਪੁੱਛਦਾ ਉਹਨੂੰ BJP ਆ ਕੇ ਸਰੋਪਾ ਪਾ ਦਿੰਦੀ ਹੈ। ਇਹ ਇਹਨਾਂ ਦਾ ਹਾਲ ਹੈ ਪੰਜਾਬ ਦੇ ਵਿੱਚ। ਤੇ BJP ਨੂੰ ਆਪਣੀ ਪੰਜਾਬ ਦੀ ਜਿਹੜੀ ਔਕਾਤ ਆ ਨਾ ਉਹ ਸਮਝ ਕੇ ਰੱਖਣੀ ਚਾਹੀਦੀ। ਇਹ ਮਤਾ ਸੋਚੇ ਕਿ ਇਹ ਜਿਹੜੇ ਆ UP ਬਿਹਾਰ ਦੇ ਵਿੱਚ ਤੁਰੇ ਫਿਰਦੇ ਆ ਤੇ ਉੱਥੇ ਤੁਸੀਂ ਕਿਸੇ ਨੂੰ ਜੋ ਮਰਜ਼ੀ ਕਹਿ ਦੋਗੇ ਤੇ ਕੋਈ ਜਾਤ ਪਾਤ ਦੇ ਨਾਮ ਦੇ ਉੱਤੇ ਤੁਹਾਡੇ ਕੋਲ ਸਹਿਣ ਕਰ ਲੇਗਾ। ਇੱਥੇ ਜੇ ਭੱਦੀ ਸ਼ਬਦਾਵਲੀ ਵਰਤੋਗੇ ਤੇ ਇੱਥੇ ਗੁਰੂ ਕਾ ਖਾਲਸਾ ਵਸਦਾ ਆ, ਜਿਹਨੂੰ ਬਰਾਬਰਤਾ ਦਾ ਸਿਧਾਂਤ ਜਿਹੜਾ ਸਿਖਾਇਆ ਗੁਰੂਆਂ ਨੇ। ਸੋ ਉਹ ਬਰਾਬਰਤਾ ਦਾ ਸਿਧਾਂਤ ਸਾਰਿਆਂ ਨੂੰ ਇੱਜ਼ਤ ਬਖਸ਼ਦਾ। ਪਰ ਇਹ ਵੀ ਨਹੀਂ ਆ ਨਾਲ ਤੇ ਕੋਈ ਸਾਡੇ ਜਿਹੜਾ ਵਾ ਕਿ ਭੱਦੀ ਸ਼ਬਦਾਵਲੀ ਵਰਤੇ ਜਾਂ ਸਾਡੇ ਤੇ ਕੋਈ ਹਮਲਾ ਕਰੇ ਤੇ ਅਸੀਂ ਗਾਂਧੀ ਵਾਂਗੂ ਅੱਗੇ ਗੱਲਾਂ ਕਰਦੇ ਫਿਰਾਂਗੇ, ਫਿਰ ਸਾਨੂੰ ਬਰਾਬਰ ਤੇ ਜਵਾਬ ਦੇਣਾ ਵੀ ਆਉਂਦਾ। ਸੋ ਜਿਹੜਾ ਇੱਕ ਤੁਸੀਂ ਸਵਾਲ ਪੁੱਛਿਆ ਵੀ ਗੋਹਾ ਕਿਉਂ, ਜਿਹੜਾ ਬੰਦਾ ਜਿੰਨੀ ਔਕਾਤ ਰੱਖਦਾ ਹੋਵੇ ਉਹਨੂੰ ਓਨੀ ਕੀ ਚੀਜ਼ ਦਈ ਦੇਦੀ। ਸਾਨੂੰ ਇਹ ਵੀ ਕਿਹਾ ਜਾਂਦਾ ਵੀ ਤੁਸੀਂ ਇਹੋ ਜਿਹੀ ਜਥੇਬੰਦੀ ਦੇ ਨਾਲ ਸੰਬੰਧਿਤ ਹੋ ਜਿਹੜੇ ਪਹਿਲਾਂ ਕਦੀ ਰਿਹਾਈਆਂ ਕਰਾਉਣ ਲਈ ਜਹਾਜ਼ ਅਗਵਾ ਕਰਦੇ ਤੇ ਹੁਣ ਤੁਸੀਂ ਗੋਹਾ ਕਿਉਂ ਸੁੱਟਿਆ। ਸਾਡਾ ਦੋ ਟੁਕ ਜਵਾਬ ਹੀ ਵੀ ਉਦੋਂ ਰਿਹਾਈ ਅਸੀਂ ਆਪਣੇ ਆਗੂ ਲਈ ਕਰਾਉਣੀ ਸੀ ਤੇ ਉਦੋਂ ਇਨਸੀਡੈਂਟ ਓਡਾ ਸੀ। ਅੱਜ ਰਿਹਾਈ ਜੱਡਾ ਕਿਹਦਾ ਕਾਦਿਆ ਜਾਂ ਜਿੱਡੀ ਕਦੀ ਔਕਾਤ ਆ ਉਹਦੇ ਸਾਹਮਣੇ ਐਕਸ਼ਨ ਸਾਡਾ ਓਡਾ ਹੀ ਆ। ਤਾਂ ਇੱਕ ਪੱਖ ਹੋ ਗਿਆ ਕਿ ਇਹਨਾਂ ਨੇ ਗੋਹਾ ਸੁੱਟਿਆ, ਪਰ ਇਹਨਾਂ ਦੇ ਉੱਤੇ 307 ਦੇ ਪਰਚੇ ਦਰਜ ਕਰਵਾ ਦਿੱਤੇ। ਪਰ ਇੱਕ ਅਹਿਮ ਰੋਲ ਰਿਹਾ ਭਾਰਤੀ ਕਿਸਾਨ ਯੂਨੀਅਨ ਦੁਆਬਾ ਦਾ। ਮਨਜੀਤ ਰਾਏ ਵੀ ਹੈਗੇ ਨੇ, ਸਤਨਾਮ ਸਾਹਨੀ ਹੋਣੀ ਆਪ ਉੱਥੇ ਗਏ ਸੀਗੇ, ਤਾਂ ਗੁਰਪਾਲ ਪਾਲਾ ਵੀ ਉੱਥੇ ਜਾ ਕੇ ਆਪ ਸਾਰੇ ਜਾਣੇ ਇਹਨਾਂ ਨੇ ਪਰਚੇ ਜਿਹੜੇ ਉੱਥੇ ਰੱਦ ਕਰਵਾਏ। ਤਾਂ ਰਾਏ ਸਾਹਿਬ, ਤੁਹਾਡੀ ਜਥੇਬੰਦੀ ਤੋਂ ਪਹਿਲਾਂ ਤਾਂ ਅਸੀਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਜਿਹੜਾ ਇਹਨਾਂ ਦੇ ਪਰਚੇ ਰੱਦ ਕਰਵਾਏ। ਤਾਂ ਉੱਥੇ ਕੀ SHO ਜਾਂ ਉੱਥੇ SSP ਕੀ ਕਹਿੰਦਾ ਸੀਗਾ ਉਸ ਤੇ ਮੌਕੇ ਤੇ? ਦੇਖੋ, ਜਿਹੜੇ SSP ਸੀਗੇ ਉਹ ਕਿਤੇ ਨਾ ਕਿਤੇ ਉਹਨਾਂ ਨੇ ਦਬਾਅ ਹੇਠ ਆ ਕੇ ਜਿਹੜਾ ਪਰਚਾ ਦਰਜ ਕਰ ਦਿੱਤਾ। ਉਹਨੇ ਮਹਿਸੂਸ ਕਰ ਲਿਆ ਸੀ। ਉਹ ਤਾਂ ਪਹਿਲੇ ਦਿਨ ਹੀ ਕਾਲ ਆਉਣੀ ਸ਼ੁਰੂ ਹੋ ਗਈ। ਜਦੋਂ ਅਸੀਂ ਇੱਥੋਂ ਕਾਲ ਕੀਤੀ ਆ ਦਿੱਲੀੋਂ, ਸਾਡੇ ਸੈਕਟਰੀ ਸਾਹਿਬ ਗਏ ਹੋਏ ਸੀ ਉੱਥੇ, ਸਤਨਾਮ ਸਾਹਨੀ, ਸਾਡੀਆਂ ਬਾਕੀ ਲੋਕਲ ਜਥੇਬੰਦੀਆਂ ਜਿਹੜੀਆਂ ਹੁਸ਼ਿਆਰਪੁਰ ਦੀਆਂ ਸਾਰੀਆਂ ਨਾਲ ਮੇਰਾ ਤਾਲਮੇਲ ਹੋ ਗਿਆ ਸੀ ਫੋਨ ਤੇ ਇੱਥੋਂ ਦਿੱਲੀ ਤੋਂ ਹੀ। ਤੇ ਉਹ ਜਦੋਂ ਗੱਲ ਹੋਈ ਹੈ, ਕਿਉਂਕਿ ਅਸੀਂ ਐਤਵਾਰ ਦਾ ਰੱਖਣ ਲੱਗੇ ਸੀ, ਪਰ ਜਿਹੜੀਆਂ ਲੋਕਲ ਜਥੇਬੰਦੀਆਂ ਸਾਡੀਆਂ ਉਹਨਾਂ ਨੇ ਕਹਿੰਦੀ ਆਪਾਂ ਸੋਮਵਾਰ ਦਾ ਸਾਰਿਆਂ ਨੇ ਸਲਾਹ ਕੀਤੀ ਆ। ਅਸੀਂ ਕਿਹਾ ਵੀ ਇੱਕੋ ਦਿਨ ਹੀ ਸਾਰਾ ਇਹਨੂੰ ਸਰਕਾਰ ਨੂੰ ਪਤਾ ਲੱਗ ਜਾ ਵੀ ਇਹ ਕਿਸਾਨੀ ਮੁੱਦੇ ਤੇ ਸਾਰੇ ਇਕੱਠੇ ਨੇ। ਤੇ ਜਦੋਂ ਇਹ ਗੱਲ ਹੋਈ ਤੇ ਜਦੋਂ ਨਵਜੋਤ ਸਿੰਘ ਮਾਲ ਉਹਨਾਂ ਨੂੰ ਪਤਾ ਲੱਗਾ SSP ਸਾਹਿਬ ਨੂੰ, ਉਹਨਾਂ ਨੇ ਮੇਰੇ ਇੱਕ ਪਿੰਡ ਦਾ ਨੌਜਵਾਨ ਹੈ SP ਪਰਮਿੰਦਰ ਸਿੰਘ ਹੀਰ, ਉਹਦੇ ਰਾਹੀਂ ਮੈਨੂੰ ਰਾਬਤਾ ਕਾਇਮ ਪਹਿਲਾਂ ਕੀਤਾ ਕਰਕੇ ਤਾਂ, ਕਿਉਂਕਿ ਉਹ ਸਾਡੀ ਜ਼ਮੀਨ ਵੀ ਇਕੱਠੀ ਆ ਪਰਮਿੰਦਰ ਸਿੰਘ ਉਹਨਾਂ ਨਾਲ। ਤੇ ਉਹ ਜਦੋਂ ਕਾਇਮ ਕੀਤਾ ਕਰਨ ਤੋਂ ਬਾਅਦ ਫਿਰ ਉਹ ਕਹਿੰਦੇ ਜੀ ਵੀ ਆਪਾਂ ਪਰਚੇ ਜਿਹੜੇ ਆ ਉਹ 307 ਤੇ ਹਟਾਤੀ ਆ, 452 ਲਈ ਟੀਮ ਬਣਾਤੀ ਆ, ਪਰਚੇ ਐ ਅਸੀਂ ਗੋਲਮੋਲ ਕਰ ਦਿਆਂਗੇ। ਮੈਂ ਕਿਹਾ ਇਦਾਂ ਨਹੀਂ ਸਰਨਾ SSP ਸਾਹਿਬ, ਇਹ ਗੋਲਮੋਲ ਵਾਲੀ ਗੱਲ ਛੱਡੋ, ਇਹ ਰੱਦ ਕਰਨੇ ਪੈਣੇ ਆ। ਤੁਸੀਂ ਇਹ ਜਿਹੜਾ ਐਵੇਂ ਚਾਰ ਕਾ ਕੇ BJP ਵਾਲੇ ਬਹਿ ਗਏ ਤੇ ਤੁਸੀਂ ਪਰਚੇ ਦਰਜ ਕਰ ਦਿੱਤੇ, ਤੁਹਾਨੂੰ ਅਸੀਂ ਕੱਲ ਨੂੰ ਵਿਖਾਵਾਂਗੇ। ਅਸੀਂ ਭਾਵੇਂ ਦਿੱਲੀ ਬੈਠੇ ਆ, ਇੱਕ ਆਵਾਜ਼ ਦੇਣ ਦੀ ਲੋੜ ਹੈ। ਤੇ ਅਜੇ 5% ਹੀ ਦਿੱਲੀ ਬੈਠੇ ਨੇ, 95% ਇੱਥੇ ਹੀ ਨੇ। ਤੇ ਜਦੋਂ 95% ਤੁਹਾਡੇ ਕੋਲ ਆ ਗਿਆ ਤਾਂ ਔਖਾ ਹੋਊਗਾ। ਪਹਿਲਾਂ ਇੱਕ
ਇੱਕ ਗੱਲ ਇਹ ਦੱਸੋ, ਤੁਸੀਂ ਉਦਾਂ ਇਹਨਾਂ ਨੂੰ ਜਾਣਦੇ ਸੀਗੇ? ਫਿਲਹਾਲ ਤੁਹਾਡੇ ਏਰੀਏ ਦੇ ਨੇ, ਪਰ ਮੇਰੇ ਭਰਾ ਨੇ, ਅਸੀਂ ਇਕੱਠੇ ਰਹੀਦਾ ਉੱਥੇ, ਅਸੀਂ ਤਾਲਮੇਲ 'ਚ ਰਹਿੰਦੇ ਆ। ਇਹਨਾਂ ਦੇ ਨਾਲ ਇੱਕ ਤਰਲੋਚਨ ਸਿੰਘ ਆ ਨੌਜਵਾਨ, ਉਹ ਮੇਰੀਆਂ ਪਹਿਲਾਂ ਦੁਕਾਨਾਂ 'ਚ ਕਰਦਾ ਸੀ, ਹੁਣ ਆਪਣੀ ਉੱਥੇ ਦੁਕਾਨ ਲੈ ਲਈ ਆ, ਐਗਰੀਕਲਚਰ ਉਹ ਇੰਪਲੀਮੈਂਟ ਸੇਲ ਕਰਦਾ, ਉਹ ਤੇ ਵੀ ਪਰਚਾ ਨਾਲ ਸੀ। ਕਿਉਂਕਿ ਮੇਰਾ ਤਾਂ ਇਹ ਸਰਕਲ ਹੈ ਸਾਰਾ, ਤੇ ਜਦੋਂ ਮੈਨੂੰ ਪਤਾ ਲੱਗਿਆ ਵੀ ਬੜੀ ਇਹ ਗੱਲ ਮਾੜੀ ਭੰਦਭਾਗੀ ਹੋਈ ਆ, ਸਾਡੇ ਨੌਜਵਾਨਾਂ ਨੇ ਕਿਸਾਨਾਂ ਦੇ ਪੱਖ 'ਚ, ਹਾਲਾਂਕਿ ਸਾਡੇ ਉਹਨਾਂ ਨੇ ਗਾਲ ਟੀਕਸ਼ਨ ਸੂਦ ਨੇ ਸਾਨੂੰ ਇੱਥੇ ਬੈਠਿਆਂ ਨੂੰ ਦਿੱਤੀ, ਇਹਨਾਂ ਨੂੰ ਥੋੜੀ ਕੋਈ ਦਿੱਤੀ ਸੀ, ਪਰ ਇਹਨਾਂ ਨੇ ਕਿਹਾ ਨਹੀਂ ਸਾਡੀ ਕਿਸਾਨੀ ਨੂੰ ਗਾਲ ਹੈ, ਸਾਡੇ ਭਰਾਵਾਂ ਨੂੰ ਗਾਲ ਹੈ। ਇਹਨਾਂ ਨੇ, ਮੈਂ ਇਹ ਗੱਲ ਕਹੂੰਗਾ, ਮੈਂ ਤਾਂ ਇਹ ਮੰਗ ਕਰਦਾ ਸਰਕਾਰ ਕੋਲੋਂ ਕਿ ਜਦੋਂ ਕੋਈ ਸੁਸਾਈਡ ਕਰਦਾ ਹੈ ਤੇ ਉਹਨੂੰ ਉਕਸਾਉਣ ਦਾ ਪਰਚਾ ਦਰਜ ਹੁੰਦਾ 306 ਦਾ, ਤੇ ਫੇਰ ਮੈਂ ਇਹ ਗੱਲ ਕਹੂੰਗਾ ਵੀ ਸਾਡੇ ਇਹਨਾਂ ਵੀਰਾਂ ਨੂੰ ਭੜਕਾਉਣ ਦਾ ਪਰਚਾ ਵੀ ਉੱਤੇ ਦਰਜ ਹੋਣਾ ਚਾਹੀਦਾ ਸੀ ਨਾ। ਇਹਨਾਂ ਨੂੰ ਪਹਿਲਾਂ ਭੜਕਾਇਆ, ਭੜਕਾਹਟ ਚ ਲਿਆਂਦਾ ਗਿਆ, ਸਾਡੇ ਤੇ ਗਲਤ ਸ਼ਬਦਾਵਲੀ ਵਰਤ ਕੇ ਭੜਕਾਇਆ ਗਿਆ ਸਾਡੇ ਵੀਰਾਂ ਨੂੰ, ਫਿਰ ਇਹ ਲੈ ਕੇ ਗਏ ਨੇ ਗੋਬਰ, ਤੇ ਗੋਬਰ ਸਿੱਟਿਆ ਗਿਆ, ਤੇ ਉਸ ਫਿਰ ਸਾਡਾ ਵੱਡਾ ਰੋਲ ਰਿਹਾ। ਸਾਡਾ ਇੱਕ ਪਾਲਾ ਵੀਰ ਹੈ ਮੌਲੀ ਤੋਂ, ਇੱਕ ਸਾਡਾ ਨਾਮ ਸਾਨੀ ਸਾਡੇ ਸੈਕਟਰੀ ਸਾਹਿਬ ਨੇ, ਇਹਨਾਂ ਨੇ ਉੱਥੇ ਜਾ ਕੇ ਕਮਾਂਡ ਸਾਂਭੀ, ਪੂਰੀ ਜਥੇਬੰਦੀ ਨੇ, ਪੂਰੇ ਸਾਡੇ ਸਾਰੇ ਸਰਕਲਾਂ ਦੇ ਵੀਰ ਉੱਥੇ ਪਹੁੰਚ ਗਏ, ਸਾਰੀ ਜਥੇਬੰਦੀ ਨੇ ਸਾਂਭ ਕੇ ਆਲ ਓਵਰ, ਮੈਂ ਕਹੂੰਗਾ ਸਾਡੇ ਕਿਸਾਨ ਵੀਰਾਂ ਨੇ, ਜਿੰਨੀਆਂ ਉੱਥੇ ਛੋਟੀਆਂ ਜਥੇਬੰਦੀਆਂ ਵੀ ਸਾਡੀਆਂ, ਹੋਰ ਪੰਥਕ ਜਥੇਬੰਦੀਆਂ ਵੀ ਨਾਲ ਸਨ, ਸਾਰੀਆਂ ਨੇ। ਮਾਹੌਲ ਪੁੱਛ ਲੈਂਦੇ ਸਾਨੀ ਸਾਹਿਬ, ਉੱਥੇ ਮਾਹੌਲ ਕੀ ਸੀਗਾ ਜਦੋਂ ਤੁਸੀਂ ਗਏ? ਅਸੀਂ ਦੇਖਿਆ ਬਹੁਤ ਸਾਰਾ ਇਕੱਠ ਸੀਗਾ ਉੱਥੇ, ਮਜਬੂਰਨ ਪੁਲਿਸ ਨੂੰ ਬਾਹਰ ਆ ਕੇ ਅਨਾਉਂਸਮੈਂਟ ਕਰਨੀ ਪਈ। ਉੱਥੇ ਮਾਹੌਲ ਕੀ ਸੀ ਜਦੋਂ ਤੁਸੀਂ ਗਏ? ਮਾਹੌਲ ਜਦੋਂ ਅਸੀਂ ਗਏ ਬਹੁਤ ਰੋਸ ਸੀ, ਜਿਹੜਾ ਲੋਕਲ ਜ਼ਿਮੀਂਦਾਰ ਕਿਸਾਨ ਸ਼ਹਿਰ ਦਾ ਆਮ ਵਰਗ, ਉਹਨਾਂ 'ਚ ਵੱਡਾ ਰੋਸ ਸੀ। ਵੀ ਮੇਰਾ ਗੱਲ ਇਤਿਹਾਸ ਵਿੱਚ ਪਹਿਲੀ ਵਾਰੀ ਵਾਪਰਿਆ ਵੀ ਜੇ ਕਿਸੇ ਦੇ ਘਰ ਦੇ ਹੋ ਕੇ ਗੋਬਰ ਸਿੱਟ ਦਿਓ, ਉਹ ਤੇ 307 ਜਾਂ 452 ਸ਼ਾਇਦ ਕਦੇ ਦੁਨੀਆ ਦੇ ਇਤਿਹਾਸ 'ਚ ਨਹੀਂ ਸੀ ਲੱਗੀ। ਇਸੇ ਕਰਕੇ ਕਿਸਾਨਾਂ 'ਚ ਵੱਡਾ ਰੋਸ ਸੀ। ਇੱਕ ਤੇ ਸੀ ਜਿਹੜਾ ਉਹਨਾਂ ਦਾ ਮੰਤਰੀ ਆ ਤਰੀਖਣ ਸੂਦ, ਉਹਦਾ ਬਿਆਨ ਕਿਸਾਨੀ ਸੰਘਰਸ਼ ਦੀ ਤਹੀਨ ਕਰਨ ਵਾਲਾ ਸੀ, ਉਹਦੇ ਤੋਂ ਰੋਸ ਵਿੱਚ ਆ ਕੇ ਇਹਨਾਂ ਨੇ ਗੋਹਾ ਸੁੱਟਿਆ ਸੀ, ਅਚਾਨਕ ਨਹੀਂ ਸੀ, ਉਹਦਾ ਰਿਐਕਸ਼ਨ ਸੀਗਾ। ਉਹਦੇ ਤੋਂ ਬਾਅਦ ਇੰਨਾ ਕਿ ਸਾਨੂੰ ਸਮਰਥਨ ਮਿਲਿਆ ਲੋਕਲ ਕਿਸਾਨਾਂ ਦਾ ਹੁਸ਼ਿਆਰਪੁਰ ਤੋਂ, ਜਿਹੜੇ ਨਹੀਂ ਵੀ ਕਿਸਾਨ ਉਹਨਾਂ ਨੇ ਵੀ ਸਮਰਥਨ ਦਿੱਤਾ ਹੁਸ਼ਿਆਰਪੁਰ ਦੇ ਲੋਕਲ ਲੋਕਾਂ ਨੇ। ਲੇਕਿਨ ਸਰਕਾਰ ਨੂੰ ਦਿਸ ਪਿਆ, ਪੰਜਾਬ ਪੁਲਿਸ ਨੂੰ ਵੀ ਦਿਸ ਪਿਆ, ਉਹਨਾਂ ਨੇ ਮੰਨਿਆ ਵੀ ਸਾਡੇ ਤੋਂ ਗਲਤੀ ਹੋਈ ਆ। ਅਸੀਂ ਇਹ ਅਹਿਸਾਸ ਕਰਾ ਕੇ ਆਏ, ਪਹਿਲਾਂ ਪੁਲਿਸ ਨੂੰ ਵਹਿਮ ਸੀ ਵੀ ਸਾਰੇ ਕਿਸਾਨ ਤਾਂ ਦਿੱਲੀ ਗਏ ਹੋ ਆ, ਦਿੱਲੀ ਚਲ ਗਏ ਵਾ। ਇਹ ਵੀਰ ਸਾਡੇ ਨਾਲ ਪਹਿਲਾਂ ਵੀ ਕਿਸਾਨ ਅੰਦੋਲਨ 'ਚ ਹਾਜ਼ਰੀ ਭਰਦੇ ਆ, ਬੀਜੇਪੀ ਵਾਲਿਆਂ ਨੇ ਕੁਝ ਉਲਾਂਭਾ ਵੀ ਲਾਇਆ, ਕਹਿੰਦੇ ਜੀ ਇਹ ਤਾਂ ਕਿਸਾਨ ਨਹੀਂ ਹੈਗੇ। ਅਸੀਂ ਇਸ ਗੱਲ ਦੇ ਗਵਾਹ ਆ, ਸਾਡੇ ਕਿਸਾਨ ਅੰਦੋਲਨ 'ਚ ਗੁਰਪ੍ਰੀਤ ਹੁਣੀ ਆਉਂਦੇ ਆ, ਸਾਡੇ ਕੋਲ 4-5 ਸਾਲਾਂ ਤੋਂ ਆਉਂਦੇ ਆ, ਬੇਸ਼ੱਕ ਥੋੜੀ ਗਿਣਤੀ 'ਚ ਆਉਂਦੇ ਆ, ਇਹ ਕਿਸਾਨੀ ਨਾਲ ਜੁੜੇ ਹੋਏ, ਆਪ ਕਿਸਾਨੀ ਕਰਦੇ, ਇਹਨਾਂ ਨੂੰ ਰੇਸ ਲੱਗੀ, ਇਹਨਾਂ ਨੇ ਐਕਸ਼ਨ ਕਰ ਦਿੱਤਾ। ਲੇਕਿਨ ਬੀਜੇਪੀ ਦੇ ਆਗੂਆਂ ਨੂੰ ਸਾਨੂੰ ਸ਼ਰਮ ਉਸ ਗੱਲ ਦੀ ਆਈ, ਜਿਹੜੀ ਉਹਨਾਂ ਨੇ ਭਾਸ਼ਾ ਵਰਤੀ ਕਮਾਨਯੋਗ ਕੇਂਦਰੀ ਸਾਬਕਾ ਮੰਤਰੀ ਪੰਜਾਬ ਦਾ, ਜਿਹੜੀ ਉਹ ਭਾਸ਼ਾ ਵਰਤਾ ਉਹ ਸਭ ਤੋਂ ਬਰਦਾਸ਼ਤ ਨਹੀਂ ਹੋਈ। ਜਦੋਂ ਰਾਤ ਨੂੰ ਅਸੀਂ ਵੀਡੀਓ ਦੇਖੀ, ਅਸੀਂ ਉਸਲੇ ਕਾਲ ਪਾਤੀ ਜਥੇਬੰਦੀ ਵੱਲੋਂ ਵੀ ਸਵੇਰੇ ਹੁਣ ਐਸਐਸਪੀ ਦਫ਼ਤਰ ਦਾ ਜਾਂ ਸੂਦ ਦੀ ਕੋਠੀ ਦਾ ਅਸੀਂ ਘਰਾਓ ਕਰਾਂਗੇ। ਲੋਕ ਬਹੀਰਾਂ ਘੱਤ ਕੇ ਆ ਗਏ, ਅਸੀਂ ਬਹੁਤਿਆਂ ਨੂੰ ਸੱਦਾ ਵੀ ਨਹੀਂ ਲਾਇਆ। 4-5 ਹਜ਼ਾਰ ਲੋਕਾਂ ਦਾ ਆਉਣਾ, ਕਿਸਾਨਾਂ ਦਾ ਆਉਣਾ, ਸ਼ਹਿਰ ਦੇ ਵਰਗ ਦਾ, ਮਜ਼ਦੂਰਾਂ ਦਾ ਆਉਣਾ, ਇੱਕ ਸਰਕਾਰ ਨੂੰ ਚੈਲੰਜ ਆ ਵੀ ਇਦਾਂ ਕਿਤੇ ਆਉਣ ਵਾਲੇ ਸਮੇਂ 'ਚ। ਹੁਣ ਪਰਚੇ ਪੂਰੀ ਤਰ੍ਹਾਂ ਰੱਦ ਹੋ ਗਏ ਨੇ? ਉਹਨਾਂ ਨੇ ਐਸਆਈਟੀ ਬਹਾਤੀ ਸੀ, ਮੁੜ ਕੇ ਐਸਆਈਟੀ ਨੇ ਟੈਂਪੂ 'ਚ ਚੜ੍ਹ ਕੇ 2 ਐਸਪੀ ਤੇ 2 ਡੀਐਸਪੀ ਉਹਨਾਂ ਨੇ ਆਪ ਚੜ੍ਹ ਕੇ ਬਿਆਨ ਦਿੱਤਾ, ਆਮ ਜਨਤਾ ਦੇ ਸਾਹਮਣੇ ਦਿੱਤਾ ਵੀ ਅਸੀਂ ਇਸ ਪਰਚੇ ਨੂੰ ਖਾਰਜ ਕਰਾਂਗੇ, ਧਰਾਵਾਂ ਸਾਡੇ ਤੋਂ ਗਲਤ ਲੱਗੀਆਂ, ਮੁੜ ਕੇ ਅਸੀਂ ਇਦਾਂ ਦੀ ਗਲਤੀ ਨਹੀਂ ਕਰਾਂਗੇ। ਅਸੀਂ ਬੀਜੇਪੀ ਦੇ ਸੂਤ ਨੂੰ ਵੀ ਕਹਿੰਦੇ ਆ, ਬੀਜੇਪੀ ਪਾਰਟੀ ਨੂੰ ਕਹਿੰਦੇ ਆ ਕਿ ਬੀਜੇਪੀ ਨੂੰ ਵੀ ਕਾਰਵਾਈ ਕਰਨੀ ਚਾਹੀਦੀ ਆਪਣੇ ਇਦਾਂ ਦੇ ਸਾਬਕਾ ਮੰਤਰੀ ਤੇ, ਜਿਹੜਾ ਗੈਰ ਜ਼ਿੰਮੇਵਾਰੀ ਤੇ ਗੰਦੀ ਤੇ ਮਤਲਬ ਲੱਚਰ ਸ਼ਬਦਾਵਲੀ ਵਰਤਦਾ। ਭਾਜਪਾ ਨੂੰ ਵੀ ਚਾਹੀਦਾ ਉਹਨੂੰ ਪਾਰਟੀ 'ਚੋਂ ਬਾਹਰ ਦਾ ਰਸਤਾ ਦਿਖਾ। ਇਹ ਗੱਲ ਬਾਰ-ਬਾਰ ਹੋ ਰਹੀ ਹੈ, ਕਿਸਾਨ ਆਗੂ ਲਗਾਤਾਰ ਇਹ ਗੱਲ ਕਹਿ ਰਹੇ ਆ ਕਿ ਜੇ ਇੱਕ ਪਾਸੇ ਗੱਲਬਾਤ ਹੋ ਰਹੀ ਹੈ ਤਾਂ ਜਿਹੜੇ ਲੀਡਰ ਪੰਜਾਬ 'ਚ ਬੈਠੇ ਨੇ ਜਾਂ ਪੰਜਾਬ ਤੋਂ ਬਾਹਰ ਬੈਠੇ ਨੇ ਬੀਜੇਪੀ ਦੇ, ਉਹਨਾਂ ਨੂੰ ਇਹ ਜਿਹੀਆਂ ਸ਼ਬਦਾਵਲੀ ਜਿਹੜੀ ਹੈ ਨਹੀਂ ਵਰਤਣੀ ਚਾਹੀਦੀ। ਆਖਰ ਦੇ ਵਿੱਚ ਮੈਂ ਪੁੱਛਣਾ ਚਾਹੁੰਦਾ ਕਿ ਬੀਜੇਪੀ ਲੀਡਰਾਂ ਨੂੰ ਤੁਸੀਂ ਅਖੀਰ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ? ਤਾਂ ਖੁੱਡਾ ਇਹਨਾਂ ਨਾਲ ਵੀ ਕਰਾਂਗੇ ਗੱਲਬਾਤ। ਤਾਂ ਬੀਜੇਪੀ ਲੀਡਰਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਬੀਜੇਪੀ ਲੀਡਰਾਂ ਨੂੰ ਅਸੀਂ ਇਹੀ ਕਹਿਣਾ ਚਾਹੁੰਦੇ, ਬਹੁਤ ਜ਼ਿਆਦਾ ਨਹੀਂ, ਵੀ ਆਵਾਜ਼ ਆ ਜਾਓ, ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਅਸੀਂ ਹਟਣਾ ਨਹੀਂ। ਜੇ ਤੁਸੀਂ ਭੱਦੀ ਸ਼ਬਦਾਵਲੀ ਸਾਡੇ ਕਿਸਾਨਾਂ ਦੇ ਖਿਲਾਫ ਬੋਲੋਗੇ ਤੇ ਅਸੀਂ ਇਸ ਤੋਂ ਵੀ ਮਾੜਾ ਹਸ਼ਰ ਜਿਹੜਾ ਕਰਾਂਗੇ। ਦੂਸਰੀ ਗੱਲ ਭਾਈ ਸਾਹਿਬ ਕਰਨਗੇ, ਧੰਨਵਾਦ। ਤਾਂ ਜੀ ਤੁਸੀਂ ਕਹਿਣਾ? ਦੇਖੋ ਇਹ ਗੱਲ ਹੈਗੀ ਕਿ ਜਿੱਦਾਂ ਤੁਸੀਂ ਇੱਕ ਸਵਾਲ ਪੁੱਛਿਆ ਭਾਈ ਹੋਣੇ ਕਿ ਤੁਸੀਂ ਇਹਨਾਂ ਨੂੰ ਜਾਣਦੇ ਹੋ, ਬਹੁਤ ਸਾਰੇ ਜਾਣਦੇ ਵੀ ਹੋਣਗੇ, ਪਰ ਬਹੁਤ ਲੋਕ ਹੁਸ਼ਿਆਰਪੁਰ ਇਦਾਂ ਦੇ ਜਿਹੜੇ ਸਾਨੂੰ ਨਹੀਂ ਜਾਣਦੇ ਸੀ। ਤੇ ਇੱਕ ਸਵਾਲ ਵਾਰ-ਵਾਰ ਪੁੱਛਿਆ ਜਾਂਦਾ ਹੈ, ਚੈਨਲਾਂ ਤੇ ਵੀ ਚੱਲਿਆ ਹੈ ਕਿ ਇਹ ਠੀਕ ਕੀਤਾ ਕਿ ਗਲਤ ਕੀਤਾ। ਇਹਦੀ ਗਵਾਹੀ ਉਦੋਂ ਇਕੱਠ ਨੇ ਭਰੀ ਹੈ, ਕਿਉਂਕਿ ਸਾਡੀ ਬਿਨਾਂ ਜਾਣ ਪਹਿਚਾਣ ਤੋਂ, ਸਾਡੇ ਬਿਨਾਂ ਉੱਥੇ ਹੋਣ ਤੋਂ ਇੰਨਾ ਜ਼ਿਆਦਾ ਇਕੱਠ ਉਹਦੇ 4-5 ਹਜ਼ਾਰ ਦਾ ਜਿਹੜਾ ਇਕੱਠ ਉੱਥੇ ਹੋਇਆ, ਉਹ ਚੀਜ਼ ਦੀ ਗਵਾਹੀ ਭਰਦਾ ਹੈ। ਦੂਸਰੀ ਗੱਲ ਹੈਗੀ ਹੈ ਕਿ ਨਿੱਜੀ ਤੇ ਤਕਲੀਫ ਕਿਸੇ ਨੂੰ ਨਹੀਂ ਹੈਗੀ, ਜਿੰਨੇ ਵੀ ਇੱਥੇ ਸਰੀਰ ਬੈਠੇ ਨੇ ਹਨਾ, ਸਾਡੇ ਲੀਡਰ ਸਾਹਿਬਾਨ ਨੇ, ਆਮ ਸੰਗਤ ਜਿਹੜੀ ਆਈ ਹੈਗੀ ਹੈ। ਇਹ ਇੱਕ ਪੋਸਟਰ ਆ ਜਿਹੜਾ ਅਸੀਂ 21 ਦਸੰਬਰ ਨੂੰ ਆਪਣੀ SYP ਦੀ ਵਰ੍ਹੇਗੰਢ ਦੇ ਉੱਪਰ ਰਿਲੀਜ਼ ਕੀਤਾ, ਦਾ ਪ੍ਰੋਟੈਸਟਿੰਗ ਫਾਰਮਰਸ ਪਰਸਨ ਆਫ ਦਾ ਈਅਰ। ਮਤਲਬ ਇਸ 2020 ਦੀ ਅਹਿਮ ਸ਼ਖਸੀਅਤ ਅਸੀਂ ਐਲਾਨੇ ਆ, ਜਿਹੜੇ ਸੰਘਰਸ਼ਮਈ ਕਿਸਾਨ ਨੇ, ਜਿਹੜੇ ਇੱਥੇ ਸੰਘਰਸ਼ ਕਰ ਰਹੇ ਨੇ, ਜਿੱਥੇ ਨਹੀਂ ਅਸੀਂ ਉੱਥੇ ਸੰਘਰਸ਼। ਇਹਨਾਂ ਕਿਸਾਨਾਂ ਦੇ ਖਿਲਾਫ ਜਿਹੜਾ ਬੰਦੇ ਦੀ ਆਪਣੀ 2 ਕੌਡੀ ਦੀ ਔਕਾਤ ਨਾ ਹੋਵੇ, ਤਾਂ ਇਹਨਾਂ ਦੇ ਖਿਲਾਫ ਬੋਲਣ ਦਿਆ ਹੋਵੇ ਤੇ ਅਸੀਂ ਜਰ ਜਾਈਏ, ਤੇ ਫਿਰ ਅਸੀਂ ਗੁਰੂ ਦੇ ਸਿੱਖ ਕਿਵੇਂ ਹੋ ਗਏ?
ਉਹਦਾ ਜਵਾਬ ਉਹਦਾ ਮੂੰਹ ਭੰਨਣ ਦੇ ਲਈ ਕਿ ਜਿਹੜੀ ਇੱਕ ਪਿਰਤ ਬੀਜੇਪੀ ਦੇ ਵਿੱਚ ਇੱਕ ਪਿਰਤ ਪੈਂਦੀ ਪਈ ਹੈ ਕਿ ਉੱਪਰਲੀ ਆਪਣੀ ਅਹੁਦੇਦਾਰਾਂ ਨੂੰ ਖੁਸ਼ ਕਰਨ ਦੇ ਲਈ ਆਪਣੀ ਜਗ੍ਹਾ ਬਣਾਉਣ ਦੇ ਲਈ ਉਹਨਾਂ ਦਾ ਮੂੰਹ ਬੰਦ ਕਰਾਉਣਾ ਸੀਗਾ ਕਿ ਤੁਹਾਡਾ ਮੂੰਹ ਇਹਦੇ ਨਾਲ ਹੀ ਬੰਦ ਹੋਣਾ ਹੈ ਤੇ ਉਹ ਮੂੰਹ ਬੰਦ ਕਰਵਾਉਣ ਦੇ ਲਈ ਜਿਹੜਾ ਅਸੀਂ ਉੱਥੇ ਜਿਹੜਾ ਸਾਰੇ ਕਾਰਵਾਈ ਜਿਹਨੂੰ ਇੱਕ ਗੋਹਾ ਕਾਂਡ ਦੇ ਨਾਲ ਤੁਸੀਂ ਵੀ ਮਤਲਬ ਕਿਹਾ ਹੈਗਾ ਆ ਕਿ ਉਹ ਜਿਹੜੀ ਉੱਥੇ ਆਪਾਂ ਮਤਲਬ ਉਹਦੀ ਔਕਾਤ ਉਹਨੂੰ ਜਿਹੜੀ ਦਿਖਾਈ ਹੈਗੀ ਆ। ਅੱਛਾ ਭਾਈ ਜੀ, ਵੈਸੇ ਲੋਕਾਂ ਦਾ ਵੀ ਧੰਨਵਾਦ ਕਰਨਾ ਬਣਦਾ ਹੈ, ਲੋਕਾਂ ਦਾ ਜ਼ਰੂਰ ਧੰਨਵਾਦ ਕਰੋ ਜਿਨ੍ਹਾਂ ਨੇ, ਕਿਉਂਕਿ ਮੈਂ ਇਹ ਸਵਾਲ ਤਾਂ ਹੀ ਪੁੱਛਿਆ ਸੀਗਾ ਕਿ ਇੰਨੀ ਜ਼ਿਆਦਾ ਗਿਣਤੀ ਦੇ ਵਿੱਚ ਸੰਗਤ ਉੱਥੇ ਪਹੁੰਚੀ, ਮੈਨੂੰ ਲੱਗਦਾ ਸ਼ਾਇਦ ਤੁਹਾਨੂੰ ਉਹਨੇ ਲੋਕ ਨਹੀਂ ਜਾਣਦੇ ਹੋਣਗੇ ਜਿੰਨੇ ਪਹੁੰਚੇ ਸੀਗੇ, ਤਾਂ ਉਹਨਾਂ ਦਾ ਧੰਨਵਾਦ ਬਣਦਾ ਕਿ ਨਹੀਂ ਬਣਦਾ? ਦੇਖੋ ਜੀ, ਧੰਨਵਾਦ ਦੀ ਜਿਹੜੀ ਗੱਲ ਮੈਂ ਕਹੀ ਹੈ ਕਿ ਕੋਈ ਗੁਰਨਾਮ ਸਿੰਘ ਮੂਨਕਾ ਦੇ ਕਰਕੇ ਨਹੀਂ ਆਇਆ, ਕੋਈ ਗੁਰਪ੍ਰੀਤ ਸਿੰਘ ਖੁੱਡਾ ਜਾਂ ਪਰਮ ਸਿੰਘ ਮੰਡ ਜਾਂ ਹੋਰ ਸਾਥੀਆਂ ਕਰਕੇ ਕੋਈ ਨਹੀਂ ਆਇਆ ਜੀ। 2 4 10 20 50 100 ਸਰੀਰ ਆਇਆ ਹੋਏਗਾ, ਪਰ ਜਿੰਨੇ ਵੀ ਆਏ ਨੇ ਮਤਲਬ ਉਸ ਦਿਨ ਜਦੋਂ ਇਕੱਠ ਹੋਇਆ, ਗੱਡੀਆਂ ਆਈਆਂ ਨੇ ਘਰ 'ਚ, ਪੁਲਿਸ ਦੀਆਂ 4-5 ਗੱਡੀਆਂ ਪਿੰਡ 'ਚ ਘੁੰਮੀਆਂ ਨੇ, ਦਹਿਸ਼ਤ ਵਾਲਾ ਮਾਹੌਲ ਕ੍ਰੀਏਟ ਕੀਤਾ ਹੈ। ਉਸ ਦਿਨ ਹੀ ਪਿੰਡ ਦੇ ਵਿੱਚ ਹੀ ਸਾਡੇ 400 ਤੋਂ ਪਲੱਸ ਇਕੱਠ ਹੋ ਗਿਆ। ਇੱਕ ਪਿੰਡ ਦੇ ਵਿੱਚ ਬਿਨਾਂ ਬੰਦਿਆਂ ਦੀ ਹਾਜ਼ਰੀ ਤੋਂ ਇੰਨਾ ਇਕੱਠ ਹੋ ਜਾਣਾ ਆ। ਮਤਲਬ ਅਸੀਂ ਤੇ ਚਾਹੁੰਦੇ ਕਿ ਅਸੀਂ ਇਹਨਾਂ ਲੀਡਰ ਸਾਹਿਬਾਨਾਂ ਦਾ, ਜਥੇਬੰਦੀਆਂ ਦਾ ਜਿਹੜੀ ਦਿੱਲੀ ਤੋਂ ਕਾਲ ਜਾਣੀ ਤੇ ਇੱਕ ਜਿਹੜੀ ਸਰਕਾਰ ਦੀ ਇਸ ਟਾਈਮ ਕਹੀਏ ਕਿ ਪੰਜਾਬ ਦਾ ਸੀਐਮ ਤੇ ਕੁਝ ਵੀ ਨਹੀਂ ਹੈਗਾ, ਕਿਸਾਨ ਜਥੇਬੰਦੀ ਦੀ ਇੱਕ ਕਾਲ ਜਿਹੜੀ ਇਸ ਪਾਵਰ ਉਹਦੀ ਬਹੁਤ ਵੱਡੀ ਹੈ। ਉਹਦੀ ਕਾਲ ਆਉਂਦੇ ਸਾਰੀ ਫੋਨ ਘੁੰਮਣ ਲੱਗ ਪਏ ਸਾਰੇ ਪਾਸੇ, ਸਾਡੇ ਖਾਸੇ ਨੂੰ ਇਹਨਾਂ ਨੂੰ ਵੀ ਬਾਇਕ ਕਾਲ ਆਉਣ ਲੱਗ ਪਈਆਂ ਤੇ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਆ। ਇੱਕ ਉਸ ਬੱਚੇ ਦਾ ਵੀ ਜਿਹੜੇ ਘਰਾਂ 'ਚ ਬਹੁਤ ਸਰੀਰ ਇਦਾਂ ਦੇ ਨੇ ਜਿਹੜੇ ਸਾਨੂੰ ਬਾਅਦ ਵਿੱਚ ਮਿਲੇ ਨੇ, ਜਿਹੜੇ ਕਹਿੰਦੇ ਕਿ ਤੁਹਾਡੇ ਕਰਕੇ ਸਾਡੀ ਸੰਘਰਸ਼ 'ਚ ਹਾਜ਼ਰੀ ਲੱਗ ਗਈ। ਹੱਲੇ ਤੱਕ ਲੋਕਲ ਵੀ ਨਹੀਂ ਜਿਹੜੇ ਆਏ ਸੀ ਉਹ ਵੀ ਉਸ ਦਿਨ ਇਹਨਾਂ ਨੇ ਉੱਥੇ ਹਾਜ਼ਰੀ ਭਰੀ ਹੈ। ਇਸ ਕਰਕੇ ਭਰੀ ਹੈ ਕਿ ਇਹਨਾਂ ਨਾਲ ਪਿਆਰ ਆ, ਜਿਨ੍ਹਾਂ ਦੀਆਂ ਲਾਸ਼ਾਂ ਅੱਜ ਘਰਾਂ ਨੂੰ ਜਾ ਰਹੀਆਂ, ਉਸ ਹਾਲਾਤ ਉਸ ਇੱਕ ਵਾਰੀ ਮਹਿਸੂਸ ਕਰਕੇ ਵੇਖੋ ਦਿਲ ਰੋਂਦਾ ਹੈ। ਤੇ ਉਹਨਾਂ ਦੇ ਖਿਲਾਫ ਉਹਨਾਂ ਨੇ ਜਿਹੜੀ ਭੱਦੀ ਸ਼ਬਦਾਵਲੀ ਵਿਰੋਧੇ ਹੱਕ ਦੇ ਵਿੱਚ ਉਹ ਸਹੀ ਹੋਇਆ। ਇਹਦੀ ਤੇ ਮੋਹਰ ਲਗਾਉਣ ਦੇ ਲਈ ਜਿੰਨੇ ਵੀ ਸਰੀਰ ਉੱਥੇ ਪਹੁੰਚੇ ਸੀ ਸਾਰਿਆਂ ਦਾ ਅਸੀਂ ਤਹਿ ਦਿਲ ਤੋਂ ਜਿਹੜਾ ਧੰਨਵਾਦ ਕਰਦੇ, ਦਿਲੋਂ ਧੰਨਵਾਦ ਕਰਦੇ। ਇੱਕ ਫਾਰਮੈਲਿਟੀ ਹੁੰਦੀ ਉਹਦੇ ਲਈ ਨਹੀਂ, ਦਿਲ ਤੋਂ ਧੰਨਵਾਦ ਹੈ ਕਿ ਸਾਡੀ ਔਕਾਤ ਤੋਂ ਵੱਧ ਮਾਨ ਸਨਮਾਨ ਜਿਹੜਾ ਸਾਰਾ ਸਾਨੂੰ ਜਿਹੜਾ ਬਖਸ਼ਿਆ ਹੈਗਾ। ਧੰਨਵਾਦ। ਸੋ ਇਹ ਉਹ ਜਵਾਨ ਨੇ, ਉਹ ਸਿੰਘ ਨੇ ਜਿਨ੍ਹਾਂ ਨੇ ਹੁਸ਼ਿਆਰਪੁਰ ਤੀਕਸ਼ਣ ਸੂਦ ਦੇ ਘਰ ਦੇ ਵਿੱਚ ਗੋਹਾ ਸੁੱਟਿਆ ਸੀ। ਗੋਹਾ ਕਾਂਡ ਦੇ ਨਾਮ ਤੋਂ ਹੁਣ ਮਸ਼ਹੂਰ ਹੋ ਗਿਆ। ਅੱਜ ਇਹ ਕਿਸਾਨੀ ਅੰਦੋਲਨ ਦੇ ਵਿੱਚ ਪਹੁੰਚੇ ਨੇ, ਹਿੱਸਾ ਤੇ ਇਹ ਹੁਸ਼ਿਆਰਪੁਰ ਦੇ ਵਿੱਚ ਹੀ ਪਾ ਚੁੱਕੇ ਨੇ ਕਿਸਾਨੀ ਅੰਦੋਲਨ ਦੇ ਵਿੱਚ, ਪਰ ਆਪ ਅੱਜ ਸਰੀਰਕ ਰੂਪ ਦੇ ਵਿੱਚ ਇੱਥੇ ਪਹੁੰਚੇ ਨੇ। ਕੈਮਰਾਮੈਨ ਮਨੀਸ਼ ਦੇ ਨਾਲ ਮਨਦੀਪ ਸਿੰਘ, ਸਿੰਘੂ ਬਾਰਡਰ।